ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਵੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਆਪੁਰਖ ਨਿਰਭਉ ਨਿਰਵੈਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਨਾਨਕ ਹੋਸੀ ਭੀ ਇਕ ਓੰਕਾਰ ਸਤਨਾਮ ਕਰਤਾ ਨਿਰਭਉ ਸਚ ਜੁਗਾਦਿ ਸਚ ਹੋਸੀ ਭੀ ਸਚ ਇਕ ਓੰਕਾਰ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾ ਕਰ ਚਿੰਤ ਚਿੰਤਾ ਹੈ ਕਰਤੀ ਹਰ ਦੇਵੇ ਜਲ ਥਲ ਜਨਤਾ ਸਭ ਤੇ ਆਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਜਿਹੜੇ ਦਾਨ ਮੇਰਾ ਪ੍ਰਭੂ ਦਿੰਦਾ ਹੈ ਉਹਨਾਂ ਅਚਿੰਤ ਹੀ ਦੇ ਦਿੰਦਾ, ਬਖਸ਼ਿਸ਼ ਕਰ ਦਿੰਦਾ। ਜਿਹੜੇ ਕੰਮਾਂ ਜਿਹੜੇ ਕਾਰਜਾਂ ਦਾ ਸੁਪਨਾ ਵੀ ਨਹੀਂ ਹੁੰਦਾ ਉਹ ਵੀ ਗੁਰੂ ਸਾਹਿਬ ਦੇ ਦਿੰਦੇ। ਜਲ ਥਲ ਜੀਵ ਜੰਤੂਆਂ ਨੂੰ ਸਭ ਨੂੰ ਦਿੰਦੇ ਆ। ਬੱਚਿਆਂ ਦੀ ਚਿੰਤਾ ਮਾਂ ਬਾਪ ਨੂੰ ਹੈ, ਸਿੱਖਾਂ ਦੀ ਗੁਰਸਿੱਖ ਦੀ ਚਿੰਤਾ ਗੁਰੂ ਨੂੰ ਹੈ। ਨਾ ਕਰ ਚਿੰਤ ਚਿੰਤਾ ਹੈ ਕਰਤੇ ਕਰਤਾ ਪੁਰਖ ਨੂੰ ਚਿੰਤਾ ਹੈ ਜਿਹਨੇ ਤੈਨੂੰ ਬਣਾਇਆ ਹੈ, ਸਾਜਿਆ ਹੈ, ਸਵਾਰਿਆ ਹੈ। ਮਾਂ ਦੇ ਗਰਭ ਵਿੱਚ ਤੈਨੂੰ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ ਕੀ ਕੋਈ ਤੇਰੀ ਸਿਆਣਪ ਸੀ ਕਿ ਮਨੁੱਖ ਦੀਆਂ ਨਾੜਾਂ ਕਿਵੇਂ ਪਾਉਣੀਆਂ, ਮਨੁੱਖ ਦੀਆਂ ਅੱਖਾਂ ਕਿਵੇਂ ਬਣਾਉਣੀਆਂ, ਕੰਨ ਨੱਕ ਚਿਹਰਾ ਕਿਵੇਂ ਬਣਾਉਣਾ ਹੈ। ਉਸ ਪਰਮਾਤਮਾ ਨੇ ਕਿਵੇਂ ਬਣਾਇਆ ਹੈ, ਕਿਵੇਂ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ। ਗਰਭ ਅਗਨ ਮਹਿ ਜਿਨੇ ਉਬਾਰਿਆ। ਜਿਹੜੇ ਦਾਤਾ ਨੇ ਪ੍ਰਭੂ ਨੇ ਪਰਮੇਸ਼ਰ ਨੇ ਗਰਭ ਦੀ ਅਗਨੀ ਵਿੱਚ ਤੈਨੂੰ ਰੱਖਿਆ ਹੈ, ਬਚਾਇਆ ਹੈ। ਬਾਰ ਵਿਵਸਥਾ ਤੁਝੇ ਪਿਆਰੇ ਦੂਧ। ਮਹਾਤਮਾ ਨਗਰ 'ਚ ਜਾਂਦੇ ਸੀ, ਰੋਟੀ ਮੰਗ ਕੇ ਖਾਂਦੇ ਸੀ। ਨੌਜਵਾਨ ਲੜਕੀ ਦੀ ਛਾਤੀ ਵੇਖ ਕੇ ਪੁੱਛਣ ਲੱਗੇ ਇਹਦੀ ਛਾਤੀ ਤੇ ਫੋੜੇ ਕਿਵੇਂ ਹੋਏ। ਉਹਨਾਂ ਕਿਹਾ ਜੀ ਫੋੜੇ ਨਹੀਂ, ਇਸ ਦੇ ਬੱਚਾ ਜਨਮ ਲਏਗਾ, ਬੱਚੇ ਵਾਸਤੇ ਪ੍ਰਮਾਤਮਾ ਨੇ ਪਹਿਲੋਂ ਦੁੱਧ ਪੈਦਾ ਕੀਤਾ। ਕਹਿੰਦੇ ਜੀ ਉਹਨੇ ਜਨਮ ਨਹੀਂ ਲਿਆ। ਨਹੀਂ, ਜਨਮ ਉਹਨੇ ਲੈਣਾ ਹੈ, ਪਰ ਪ੍ਰਮਾਤਮਾ ਨੇ ਉਹਦੇ ਵਾਸਤੇ ਦੁੱਧ ਪੀਣ ਵਾਸਤੇ ਪਹਿਲੋਂ ਹੀ ਪ੍ਰਬੰਧ ਕਰ ਦਿੱਤਾ ਹੈ।
ਮਹਾਂਪੁਰਸ਼ ਸਦਾ ਪਰਮੇਸ਼ਰ ਦੇ ਰੰਗ ਵਿੱਚ ਰਹਿਣ ਵਾਲੇ ਕਹਿੰਦੇ ਫੋੜੇ ਕਿਵੇਂ ਹੋਏ? ਕਹਿੰਦੇ ਜੀ ਫੋੜੇ ਨਹੀਂ, ਇਸ ਬੀਬੀ ਨੂੰ ਬੱਚੇ ਨੇ ਜਨਮ ਲੈਣਾ ਹੈ ਦੁੱਧ ਪੀਣ ਵਾਸਤੇ। ਇਹ ਪਰਮਾਤਮਾ ਨੇ ਪਹਿਲੋਂ ਪ੍ਰਬੰਧ ਕੀਤਾ ਹੈ। ਅੱਛਾ, ਹੱਥ ਵਿੱਚ ਠੂਠਾ ਫੜਿਆ ਸੀ, ਚਲਾ ਕੇ ਮਾਰਿਆ। ਤੂੰ ਜਨਮ ਵੀ ਨਹੀਂ ਲਿਆ, ਬੱਚੇ ਨੇ ਦੁੱਧ ਪਹਿਲੋਂ ਪੈਦਾ ਕਰਤਾ ਹੈ। ਮੂਰਖਾਮਣਾ ਤੂੰ ਕਿਉਂ ਦਰ ਦਰ ਭਟਕਦਾ ਫਿਰਦਾ ਹੈ? ਤੈਨੂੰ ਵੀ ਰੱਬ ਆਪੇ ਹੀ ਦੇਵੇਗਾ। ਆਖੋ ਸ੍ਰੀ ਵਾਹਿਗੁਰੂ। ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ। ਪਰਮੇਸ਼ਰ ਸਿਰ ਸਿਰ ਰਿਜਕ ਬਖਸ਼ਦਾ ਹੈ ਸਾਰਿਆਂ ਨੂੰ। ਤੂੰ ਮਨਾ ਐਵੇਂ ਕਿਉਂ ਕਰਦਾ ਹੈ? ਪੱਥਰਾਂ ਵਿੱਚ ਜੀਵ ਜੰਤੂ ਬਣਾ ਕੇ ਰਿਜਕ ਅੱਗੇ ਰੱਖਿਆ ਏ। ਤੂੰ ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪ। ਇਕ ਓੰਕਾਰ ਸਤਿਨਾਮ ਨਿਰਭਉ ਸੈਭੰ ਗੁਰ ਪ੍ਰਸਾਦ ਜਪ। ਸਚ ਜੁਗਾਦ ਸਚ ਹੈ ਪੀ, ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਊੜੇ ਉਡਿਆਵੇ ਸਹਿ ਕੋਸਾਂ, ਤਿਸ ਪਾਛੇ ਬਚਰੇ ਸ਼ਰਿਆ। 100 ਕੋਹਾਂ ਦੂਰ ਬੱਚਿਆਂ ਨੂੰ ਜਨਮ ਦੇ ਕੇ ਕੂੰਜ ਆ ਜਾਂਦੀ ਹੈ। ਜਦੋਂ ਉਹਨੂੰ ਯਾਦ ਆਉਂਦੀ ਹੈ ਕਿ ਬੱਚਿਆਂ ਨੂੰ ਕੌਣ ਪਾਲੇਗਾ, ਤੇ ਉਹ ਮਨ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਦੀ ਕਿ ਹੁਣ ਤੂੰ ਹੀ ਪਾਲਣਹਾਰ ਹੈ, ਤੂੰ ਹੀ ਕਿਰਪਾ ਕਰੇਗਾ। ਕਹਿੰਦੇ ਜੀ ਕੂੰਜ ਦੇ ਬੱਚੇ ਰੱਬ ਨੇ ਪਰਮਾਤਮਾ ਨੇ ਪਾਲੇ, ਉਹਨਾਂ ਨੂੰ ਰਿਜ਼ਕ ਵੀ ਦਿੱਤਾ, ਉਹਨਾਂ ਨੂੰ ਉੱਡਣਾ ਵੀ ਸਿਖਾਇਆ, ਸਭ ਕਿਰਪਾ ਕਰਤੀ। ਕੂੰਜ ਜਦੋਂ ਗਈ ਤੇ ਬੱਚੇ ਉਡਾਰ ਸੀ, ਜਨਮ ਦੇ ਕੇ ਆ ਗਈ। ਹੁਣ ਕਵਣ ਖਿਲਾਵੇ ਕਵਣ ਚਗਾਵੇ, ਮਨ ਮੈਂ ਸਿਮਰਨ ਕਰਿਆ। ਤੇਰੇ ਵਿੱਚ ਕਮੀ ਕੀ ਹੈ? ਤੂੰ ਚਿੰਤਾ ਕਰਦਾ ਹੈ, ਯਤਨ ਕਰਦਾ ਹੈ, ਕਲੇਸ਼ ਕਰਦਾ ਹੈ, ਤੇ ਤੇਰੇ ਬੱਚਿਆਂ ਦੇ ਕਾਰਜ ਨਹੀਂ ਹੁੰਦੇ। ਜੇ ਤੂੰ ਸੁਖਮਨੀ ਸਾਹਿਬ ਦਾ ਗੁੜਕਾ ਲੈ ਕੇ ਪਾਠ ਕਰੇ, ਵਾਹਿਗੁਰੂ ਮੰਤਰ ਦੀ ਮਾਲਾ ਲੈ ਕੇ ਵਾਹਿਗੁਰੂ ਵਾਹਿਗੁਰੂ ਜਪੇ, ਪਹਿਲੀ ਪੌੜੀ ਮੂਲ ਮੰਤਰ ਗੁਰੂ ਨਾਨਕ ਦਾ ਪਾਠ ਕਰੇ, ਤੇ ਤੇਰੇ ਬੱਚਿਆਂ ਨੂੰ ਉਵੇਂ ਰੱਬ ਪਾਲੇਗਾ, ਰੋਜੀ ਦੇਵੇਗਾ, ਉਡਾਰ ਕਰੇਗਾ ਜਿਵੇਂ ਕੂੰਜ ਦੇ ਬੱਚਿਆਂ ਨੂੰ। ਇਹ ਗੁਰੂ ਸਾਹਿਬ ਨੇ ਸਿੱਖ ਨੂੰ ਸਮੱਤ ਦਿੱਤੀ। ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੇ ਜੰਤੋ ਪਾਏ ਤਾਂ ਕਾਰੀ ਕਾਗੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਲੰਗਰ, ਸੰਗਤ ਪੰਗਤ ਸਿੱਖ, ਹੁਣ ਸਾਰੇ ਕਾਰਜ ਚੱਲਦੇ ਨੇ ਸੰਗਤਾਂ ਦੇ ਦਸਵੰਧ ਦੇ ਨਾਲ।
ਵੱਡਾ ਭਾਈ ਪ੍ਰਿਥੀ ਚੰਦ, ਉਹਦੇ ਸੇਵਕ ਬੜੇ ਮਾਹਰ ਨੇ, ਉਹ ਆਪ ਬੜਾ ਮਾਹਰ ਹੈ, ਉਹਦੀ ਸੇਵ ਸੰਗਤਾਂ ਨਾਲ ਪਛਾਣ ਬਹੁਤ ਹੈ। ਕੋਈ ਸੰਗਤਾਂ ਨੂੰ ਆਉਣ ਤੋਂ ਪਹਿਲਾਂ ਉਹਦੇ ਚੇਲੇ ਘੇਰ ਕੇ ਲੈ ਆਉਂਦੇ ਆ ਦਸਵੰਧ। ਕੋਈ ਗੁਰਸਿੱਖ ਦਸਵੰਧ ਲਿਆ ਤੇ ਸਿੱਖਾਂ ਨੇ, ਬਿਰਥੀਆ ਬੈਠਾ ਸੀ, ਸਿੱਖਾਂ ਨੇ ਕਿਹਾ ਭਾਈ, ਬਿਰਥੀਏ ਦੇ ਸਿੱਖਾਂ ਨੇ ਵੀ ਇੱਧਰ ਨੇ ਗੁਰੂ ਜੀ। ਉਹ ਕਹਿੰਦਾ ਨਹੀਂ ਜੀ, ਗੁਰੂ ਜੀ ਉੱਧਰ ਨੇ, ਮੈਂ ਦਸਵੰਧ ਉੱਧਰ ਲੈ ਕੇ ਜਾਵਾਂਗਾ। ਕਹਿੰਦੇ ਜੀ ਗੁਰੂ ਪ੍ਰਿਥੀ ਚੰਦ ਨੇ। ਉਹ ਕਹਿੰਦਾ ਜੀ ਗੁਰੂ ਅਰਜਨ ਦੇਵ ਜੀ। ਕਹਿੰਦੇ ਦੇਖ, ਤੈਨੂੰ ਗੁਰੂ ਦੇਖ ਰਿਹਾ ਪ੍ਰਿਥੀ ਚੰਦ, ਇਹ ਜੇ ਤੂੰ ਅੱਗੇ ਦਸਵੰਧ ਲੈ ਗਿਆ ਤੇ ਗੁਰੂ ਦੇ ਪੁੱਤਰ ਦਾ ਤੈਨੂੰ ਸਰਾਪ ਲੱਗ ਜਾਏਗਾ। ਐਸੇ ਯਤਨ ਕਰਦੇ ਆ। ਗੁਰੂ ਅਰਜਨ ਸਾਹਿਬ ਜੀ ਨਹੀਂ ਯਤਨ ਕਰਦੇ। ਉਹਨਾਂ ਨੂੰ ਗੁਰੂ ਪਿਤਾ ਨੇ ਸਿਖਾਇਆ ਹੈ ਕਿ ਮਨ ਇੱਕ ਥਾਂ ਤੇ ਰੱਖਣਾ ਹੈ, ਮਨ ਥਾਂ ਥਾਂ ਤੇ ਭਟਕੇ ਨਾ। ਇੱਕੋ ਹੀ ਪਰਮਾਤਮਾ ਦੇ ਨਾਮ ਤੇ ਮਨ ਰੱਖਣਾ ਹੈ, ਉਹਦੀ ਟੇਕ ਤੇ। ਸਾਰੀਆਂ ਮੁਸ਼ਕਲਾਂ ਦੁੱਖਾਂ ਦਾ ਵਾਹਿਗੁਰੂ ਆਪ ਕਰੇਗਾ। ਗੁਰੂ ਅਰਜਨ ਸਾਹਿਬ ਜੀ ਭਾਣੇ ਵਿੱਚ ਪਰੋਸੇ 'ਚ ਭਾਈ ਗੁਰਦਾਸ ਜੀ ਆਏ ਕਾਂਸ਼ੀ ਤੋਂ। ਪਤਾ ਹੈ ਗੁਰੂ ਅਰਜਨ ਸਾਹਿਬ ਦੀ ਗੁਰਗੱਦੀ ਹੈ। ਤੁਰ ਪੈਦਲ ਆਏ, ਭੁੱਖ ਬੜੀ ਲੱਗੀ। ਲੰਗਰ 'ਚ ਕੋਈ ਟੁਕੜਾ ਨਹੀਂ ਹੈਗਾ। ਗੁਰੂ ਅਰਜਨ ਦੇਵ ਜੀ ਨੇ ਘਰ ਭੇਜਤਾ ਕਿ ਘਰੇ ਮਾਤਾ ਭਾਨੀ ਜੀ ਨੇ, ਜਾਓ ਉਹਨਾਂ ਦੇ ਕੋਲ ਲੰਗਰ ਪਾਣੀ ਛਕੋ। ਅੱਗੇ ਭਾਨੀ ਜੀ ਕੋਲ ਵੀ ਕੋਈ ਲੰਗਰ ਪਾਣੀ ਦਾ ਇੰਨਾ ਪ੍ਰਬੰਧ ਨਹੀਂ, ਰਾਸ਼ਨ ਦੀ ਕਮੀ ਹੈ। ਕੋਈ ਸੁੱਕੀ ਪੁੱਕੀ ਰੋਟੀ ਬਣਾ ਕੇ ਦਿੱਤੀ। ਕਹਿਣ ਲੱਗਾ ਵੀ ਉੱਥੇ ਵੀ ਲੰਗਰ 'ਚ ਸੁੱਕੇ ਟੁਕੜੇ ਵਰਤਦੇ ਸੀ, ਕਿਸੇ ਨੂੰ ਅੱਧਾ ਕਿਸੇ ਨੂੰ ਪਾਉਣਾ, ਇੱਥੇ ਵੀ ਇਹ ਹਾਲ। ਕਹਿੰਦੇ ਜੀ ਸਾਰੇ ਦਾ ਸਾਰਾ ਦਸਵੰਧ ਪ੍ਰਿਥੀ ਚੰਦ ਰੋਕ ਲੈਂਦਾ ਹੈ, ਸੰਗਤਾਂ ਨੂੰ ਆਉਣ ਨਹੀਂ ਦਿੰਦਾ। ਜੇ ਕੋਈ ਸੰਗਤ ਆਵੇ ਤੇ ਸਰਾਪ ਦਿੰਦਾ ਹੈ, ਡਰਾਉਂਦਾ ਹੈ। ਸਿੱਖਾਂ ਤੋਂ ਘਰੇ ਜਾ ਕੇ ਮੰਗ ਕੇ ਲੈ ਲੈਂਦਾ ਹੈ। ਪਹਿਚਾਣ ਸਾਰੀ ਉਸ ਦੀ ਹੈ। ਗੁਰੂ ਅਰਜਨ ਦੇਵ ਜੀ ਬਿਲਕੁਲ ਆਨੰਦ 'ਚ ਸ਼ਾਂਤ ਰਹਿੰਦੇ ਆ। ਇਹ ਪਰਮੇਸ਼ਰ ਦੇ ਭਰੋਸੇ ਦੀ ਪ੍ਰੀਖਿਆ ਹੈ ਕਿ ਤੁਹਾਡੇ ਅੰਦਰ ਹੈ ਕਿ ਨਹੀਂ ਹੈਗਾ। ਤੁਸੀਂ ਭੜਕਣਾ ਤਾਂ ਨਹੀਂ ਕਰ ਰਹੇ। ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਇੱਕੋ ਹੀ ਆਸਰਾ ਨਿਰੰਕਾਰ ਦਾ ਲੈਣਾ, ਇੱਕੋ ਹੀ ਟੇਕ ਪਰਮੇਸ਼ਰ ਦੀ ਲੈਣੀ ਹੈ। ਤੇ ਜੋ ਕੁਝ ਹੋਵੇ ਸਹਿਣਾ ਹੀ, ਥਾਂ ਥਾਂ ਤੇ ਭੜਕਣਾ ਨਹੀਂ। ਭਾਈ ਗੁਰਦਾਸ ਜੀ ਨੂੰ ਬੜਾ ਮਨ ਨੂੰ ਕਸ਼ਟ ਹੋਇਆ ਕਿ ਮੀਣਾ ਹੈ, ਇਹ ਸਾਰਾ ਕੁਝ ਕਰੀ ਜਾਂਦਾ, ਗੁਰੂ ਦੇ ਲੰਗਰ ਦਾ ਤਾਂ ਰੋਟੀ ਪਾਣੀ ਦਾ ਵੀ ਔਖਾ ਹੋ ਗਿਆ। ਇਹ ਯਤਨ ਕਰੀਏ। ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਬਾਬਾ ਜੀ ਕਹਿੰਦੇ ਸਤਿਗੁਰੂ ਕੁਝ ਕਰਨ ਨਹੀਂ ਦਿੰਦੇ।
ਮੈਂ ਤਾਂ ਇੱਕ ਮਿੰਟ 'ਚ ਸਾਰੀਆਂ ਸੰਗਤਾਂ ਮੋੜ ਲਿਆਵਾਂ। ਜਦੋਂ ਕੁਝ ਕਰੀਦਾ ਸਤਿਗੁਰੂ ਹੁਕਮ ਕਰਦੇ ਨਹੀਂ ਕੁਝ ਕਰਨਾ। ਭਾਈ ਗੁਰਦਾਸ ਜੀ ਆਪਣੀ ਜ਼ਿੰਮੇਵਾਰੀ ਤੇ ਸ਼ਹਿਰ ਤੋਂ ਬਾਹਰ ਜਾ ਕੇ ਜਿੱਥੋਂ ਸੰਗਤਾਂ ਗੁਰੂ ਕੀ ਨਗਰੀ ਨੂੰ ਆਉਂਦੀਆਂ ਸੀ ਉੱਥੇ ਆਸਣ ਲਾ ਲਿਆ। ਪੈਦਲ ਰਸਤੇ ਸੀ, ਸਾਰਾ ਦਸਵੰਧ ਉੱਥੇ ਹੀ ਲੈਣਾ। ਗੁਰੂ ਸਾਹਿਬ ਕੋਲ ਭੇਜਣਾ ਸਿਖਾ ਕੇ ਹੁਣ ਗੁਰੂ ਕੇ ਲੰਗਰ ਸਭ ਕੁਝ ਚੱਲ ਗਿਆ। ਪ੍ਰਿਥੀ ਚੰਦ ਸਰਾਪ ਦੇਣੇ ਸ਼ੁਰੂ ਕੀਤੇ ਕਿ ਬੁੱਢੇ ਦਾ ਆਹ ਹਾਲ ਹੋਏਗਾ, ਫਿਰ ਗੁਰਦਾਸ ਦਾ ਇਹ ਹਾਲ ਹੋਏਗਾ। ਕਹਿੰਦੇ ਜੀ ਬਹੁਤ ਸਰਾਪ ਦੇ ਰਿਹਾ ਹੈ ਪ੍ਰਿਥੀ ਚੰਦ। ਬਾਬਾ ਜੀ ਕਹਿੰਦੇ ਸਰਾਪ ਨਹੀਂ ਦੇ ਰਿਹਾ, ਵਿਸ ਉਗਲ ਰਿਹਾ। ਇਹਦਾ ਸਰਾਪ ਸਾਨੂੰ ਲੱਗੇਗਾ ਨਹੀਂ, ਇਹ ਤਾਂ ਆਪਣੀ ਜ਼ਹਿਰ ਉਗਲ ਰਿਹਾ। ਸਭ ਸੰਗਤਾਂ ਨੂੰ ਸਮਝਾਇਆ, ਗੁਰੂ ਅਰਜਨ ਸਾਹਿਬ ਜੀ ਨਾਲ ਜੋੜਿਆ ਤੇ ਗੁਰੂ ਸਾਹਿਬ ਨੇ ਬੁਲਾ ਕੇ ਤਾੜਨਾ ਕੀਤੀ। ਬਈ ਕਿਉਂ ਇਹ ਤੁਸੀਂ ਕਿਉਂ ਕੰਮ ਕੀਤਾ ਹੈ? ਕਾਹੇ ਰੇ ਮਨ ਚਿਤ ਵਹਿ ਉਦਮ ਯਾਰ ਹਰ ਜਿਉ ਭਰਿਆ। ਸੈਲ ਪੱਥਰ ਮੇ ਜੰਤੋ ਪਾਏ ਤਾਂ ਕਾਰਜ ਕਾਗੇ ਕਾ ਧਰਿਆ। ਇਹ ਗੁਰੂ ਸਾਹਿਬ ਨੇ ਫਿਰ ਸਮਤ ਦਿੱਤੀ। ਨਾਮ ਜਪੋ ਸਿਮਰਨ ਕਰੋ ਸਭ ਠੀਕ ਹੋ ਜਾਏਗਾ। ਕੂੰਜ ਸਿਮਰਨ ਕਰਦੀ ਏ, ਉਹਦੇ ਬੱਚੇ ਪਲਦੇ ਆ, ਵੱਡੇ ਹੁੰਦੇ ਆ, ਉੜਦੇ ਆ। ਜਦੋਂ ਨੂੰ ਉਹ ਜਾਂਦੀ ਮੁੜ ਕੇ ਉਦੋਂ ਨੂੰ ਬੱਚੇ ਉਡਾਰ ਹੋਏ ਹੁੰਦੇ ਆ। ਉਹ ਸਿਮਰਨ ਕਰਦੀ ਤਾਂ ਬੱਚਿਆਂ ਨੂੰ ਰੱਬ ਪਾਲਦਾ ਹੈ। ਜੇ ਕਰੇ ਚਿੰਤਾ, ਜੇ ਕਰੇ ਰੋਵੇ, ਜੇ ਕਰ ਕੁਰਲਾਵੇ। ਆਪਾਂ ਤਾਂ ਕਹਿੰਦੇ ਕੂੰਜ ਕਰਲਾਉਂਦੀ ਏ, ਕਰਲਾਉਂਦੀ ਨਹੀਂ। ਉਹ ਪਰਮਾਤਮਾ ਨੂੰ ਚੇਤੇ ਕਰਦੀ ਏ। ਪੜ ਲਾ ਚੁਗਦੀ ਗੂੰਜ ਚੁਗ ਚੁਗ ਕੇ, ਚੁਗਦੀ ਚੁਗਦੀ ਯਾਦ ਕਰੇ। ਚੁਗਦੀ ਗੂੰਜ ਚੁਗ ਚੁਗ ਕੇ, ਚੁਗਦੀ ਚੁਗਦੀ ਯਾਦ ਕਰੇ। ਚੁਗਦੀ ਗੂੰਜ ਚੁਗ ਚੁਗ ਕੇ, ਚੁਗਦੀ ਚੁਗਦੀ ਯਾਦ ਕਰੇ। ਚੁਗਦੀ ਗੂੰਜ ਚੁਗ ਚੁਗ ਕੇ, ਚੁਗਦੀ ਚੁਗਦੀ ਯਾਦ ਕਰੇ। ਚੁਗਦੀ ਗੂੰਜ ਚੁਗ ਚੁਗ ਕੇ, ਚੁਗਦੀ ਚੁਗਦੀ ਯਾਦ ਕਰੇ। ਚੁਗਦੀ ਗੂੰਜ ਚੁਗ ਚੁਗ ਕੇ, ਚੁਗਦੀ ਚੁਗਦੀ ਯਾਦ ਕਰੇ। ਚੁਗ ਚੁਗ ਕੇ, ਚੁਗਦੀ ਚੁਗਦੀ ਯਾਦ ਕਰੇ। ਚੁਗਦੀ ਗੂੰਜ ਚੁਗ ਚੁਗ ਕੇ, ਚੁਗਦੀ ਚੁਗਦੀ ਯਾਦ ਕਰੇ। ਤਿੰਨ ਕਵਨ ਖੁਲਾਵੇ, ਕਵਨ ਚੁਗਾਵੇ,
ਖੁਲਾਵੇ रो रो के फरियाद करे ਚੁਗਦੀ ਗੂੰਜ ਚੁਗ ਚੁਗ ਕੇ ਚੁਗਦੀ ਚੁਗਦੀ ਯਾਦ ਕਰੇ ਚੁਗਦੀ ਗੂੰਜ ਚੁਗ ਚੁਗ ਕੇ ਚੁਗਦੀ ਚੁਗਦੀ ਯਾਦ ਕਰੇ ਚੁਗ ਚੁਗ ਕੇ ਚੁਗਦੀ ਚੁਗਦੀ ਯਾਦ ਕਰੇ ਚੁਗਦੀ ਗੂੰਜ ਚੁਗ ਚੁਗ ਕੇ ਚੁਗਦੀ ਚੁਗਦੀ ਯਾਦ ਕਰੇ ਇਨ ਕਵਨ ਖੁਲਾਵੇ ਕਵਨ ਜੁਗਾਵੇ ਇਨ ਕਵਨ ਖੁਲਾਵੇ ਕਵਨ ਜੁਗਾਵੇ ਰੋ ਰੋ ਕੇ ਫਰਿਆਦ ਕਰੇ ਰੋ ਰੋ ਕੇ ਫਰਿਆਦ ਕਰੇ ਚੁਗਦੀ ਚੁਗ ਚੁਗ ਕੇ ਚੁਗਦੀ ਚੁਗਦੀ ਯਾਦ ਕਰੇ ਚੁਗਦੀ ਗੂੰਜ ਚੁਗ ਚੁਗ ਕੇ ਚੁਗਦੀ ਚੁਗਦੀ ਯਾਦ ਕਰੇ ਉਹ ਸਿਮਰਨ ਕਰਦੀ ਜਿਸ ਦਾ ਸਿਮਰਨ ਕਰਦੀ ਉਹ ਫਿਰ ਕਾਰਜ ਕਰਦਾ ਹੈ। ਚਿੰਤਾ ਨਹੀਂ ਜਤਨ ਨਹੀਂ ਸ਼ਾਹੀ ਫੌਜ ਦਿੱਲੀ ਦੀ ਗੁਰੂ ਅਰਜਨ ਸਾਹਿਬ ਤੇ ਚੜ ਕੇ ਆ ਗਈ। ਬੇਨਤੀ ਕੀਤੀ ਜੀ ਬਹੁਤ ਕਠੋਰ ਅਫਸਰ ਹੈ ਬੜੀ ਸਖਤ ਪੁਲਿਸ ਹੈ ਫੌਜ ਹੈ ਜਿਹੜੀ ਆਪ ਜੀ ਨੂੰ ਚੱਕਣ ਵਾਸਤੇ ਪਿਰਥੀਏ ਨੂੰ ਬਿਠਾਉਣ ਵਾਸਤੇ ਦਿੱਲੀ ਤੋਂ ਆਈਏ ਸੁਲਹੀ ਖਾਨ ਵਜ਼ੀਰ ਹੈ ਜਿਹੜਾ ਲੈ ਕੇ ਆਇਆ ਨਾਲ ਸਿੱਖਾਂ ਨੂੰ ਬੜੀ ਚਿੰਤਾ ਬੜਾ ਫਿਕਰ ਗੁਰੂ ਸਾਹਿਬ ਨੂੰ ਫੜ ਕੇ ਲੈ ਜਾਣਗੇ ਸਾਡੇ ਪੱਲੇ ਕੀ ਰਹੇਗਾ ਇੱਥੇ ਪ੍ਰਿਥੀ ਚੰਦ ਸਾਰਾ ਕੁਝ ਸੰਭਾਲ ਲੇਗਾ ਸਾਡਾ ਬਣੇਗਾ ਕੀ ਪਰ ਗੁਰੂ ਅਰਜਨ ਸਾਹਿਬ ਜੀ ਨੂੰ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਕਿ ਸੁਲਹੀ ਨਹੀਂ ਵੱਡਾ ਵੱਡਾ ਨਿਰੰਕਾਰ ਹੈ ਆਖੋ ਸੀ ਕਹਿੰਦੇ ਜੀ ਆਪ ਜੀ ਨੂੰ ਬੇਅਦਬੀ ਕਰੇਗਾ ਫੜ ਕੇ ਲੈ ਜਾਏਗਾ ਤਾਂ ਗੁਰੂ ਸਾਹਿਬ ਕਹਿੰਦੇ ਜੇ ਇੱਥੋਂ ਤੱਕ ਆਏਗਾ ਤੇ ਤਾਂ ਹੀ ਹੈ ਨਾ ਉਹ ਐਡਾ ਵੱਡਾ ਸ਼ਕਤੀਵਾਨ ਹੈ ਪਰਮੇਸ਼ਰ ਉਹ ਜੋ ਮਰਜ਼ੀ ਕੜਾ ਵਰਤਾ ਸਕਦਾ ਹੈ ਇੱਥੇ ਨਹੀਂ ਸੁਲਹੀ ਖਾਨ ਪਹੁੰਚ ਸਕਦਾ ਸੇ ਕਹਿੰਦੇ ਜੀ ਕੋਈ ਯਤਨ ਕਰੀਏ ਕੋਈ ਚਿੱਠੀ ਪੱਤਰ ਭੇਜ ਦਈਏ ਉਹਨੂੰ ਅਸਲੀਅਤ ਦਾ ਪਤਾ ਲੱਗ ਜੇ ਕੋਈ ਬੰਦੇ ਭੇਜ ਕੇ ਸੁਲ੍ਹਾ ਸਫਾਈ ਕਰ ਲਈਏ ਜੇ ਚਿੱਠੀ ਪੱਤਰ ਆਈ ਵੀ ਜਾਣਕਾਰੀ ਨਹੀਂ ਦੇਣੀ ਬੰਦੇ ਭੇਜ ਕੇ ਸੁਲਹੀ ਨਾਲ ਸੁਲ੍ਹਾ ਸਫਾਈ ਕਰ ਲਈਏ ਬਹੁਤ ਨੁਕਸਾਨ ਕਰੇਗੀ ਜਿਹੜੀ ਫੌਜ ਆ ਰਹੀ ਹੈ ਮਾਰ ਮਰੀਆ ਕਰੇਗੀ ਸਿੱਖਾਂ ਦਾ ਨੁਕਸਾਨ ਹੋਏਗਾ ਉਹਨਾਂ ਕੋਲ ਅਸਲਾ ਬਰੂਦ ਫੌਜ ਬਹੁਤ ਹੈ ਤੇ ਤੀਸਰਾ ਹੈ ਜੇ ਨਹੀਂ ਇਹ ਕਰਨਾ ਤੇ ਸਾਰੇ ਸਿੱਖ ਇਕੱਠੇ ਕਰਕੇ ਲੜਾਈ ਦਾ ਯਤਨ ਕਰੀਏ ਪੂਰਾ ਪ੍ਰਬੰਧ ਕਰੀਏ ਸਿੱਖ ਇਕੱਠੇ ਕਰਕੇ ਉਹਦੇ ਨਾਲ ਯੁੱਧ ਕਰੀਏ ਲੜਾਈ ਕਰੀਏ ਕੋਈ ਉਪਾਅ ਕਰੀਏ ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਕਰਨਾ ਪਰਮੇਸ਼ਰ ਵੱਡਾ ਹੈ
ਉਦੋਂ ਸੁਲਹੀ ਖਾਨ ਪ੍ਰਿਥੀ ਚੰਦ ਦੇ ਪੱਠੇ ਘੋੜੇ ਤੇ ਸਵਾਰ ਦੇਖ ਰਿਹਾ। ਪੱਠਿਆਂ ਦੇ ਵਿੱਚ ਅੱਗ ਸੀ, ਉੱਤੇ ਨਹੀਂ ਨਜ਼ਰ ਆਉਂਦੀ, ਇੱਟਾਂ ਜੋੜੀਆਂ ਹੁੰਦੀਆਂ ਨੇ। ਇਹ ਘੋੜੇ ਤੇ ਚੜਿਆ, ਇੱਕ ਸਾਈਡ ਤੇ ਜਾ ਰਿਹਾ ਹੈ। ਇਹੋ ਜਿਹਾ ਘੋੜਾ ਤਰਪਕਿਆ ਕਿ ਪੱਠੇ ਦੇ ਵਿੱਚ ਡਿੱਗ ਪਿਆ, ਇੱਟਾਂ ਵਿੱਚ ਹੀ ਬਹਿ ਗਈਆਂ, ਵਿੱਚ ਹੀ। ਫਿਰ ਸੁਲਹੀ ਖਾਨ ਜਿਹੜਾ ਇੰਨਾ ਤੇਜ਼ ਅਗਨੀ ਸੀ, ਉਹਦੇ ਨਾਲ ਸੁਲਹੀ ਖਾਨ ਵੀ ਮਰ ਗਿਆ, ਸੜ ਗਿਆ ਘੋੜੇ ਸਮੇਤ। ਪਤਾ ਲੱਗਿਆ ਫੌਜਾਂ ਨੂੰ, ਚਿੰਤਾ ਪੈ ਗਈਆਂ, ਪ੍ਰਿਥੀ ਚੰਦ ਦਾ ਬੜਾ ਮਾੜਾ ਹਾਲ ਹੋ ਗਿਆ। ਸਾਰੀਆਂ ਫੌਜਾਂ ਪਿੱਛੇ ਨੂੰ ਪਰਤਣ ਲੱਗੀਆਂ ਤੇ ਗੁਰੂ ਸਾਹਿਬ ਨੇ ਉਸ ਸਮੇਂ ਫਿਰ ਸ਼ਬਦ ਉਚਾਰਿਆ, ਸੁਲਹੀ ਦੀ ਪੜੋ ਜੀ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਖਾਨ ਤੇ ਸਾਡੀ ਰੱਖਿਆ ਨਾਰਾਇਣ ਨੇ ਕੀਤੀ ਹੈ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਨਪਾਕ ਹੋ ਗਿਆ, ਅੱਗ 'ਚ ਸੜ ਗਿਆ। ਮੁਸਲਮਾਨ ਦਫਨਾਉਂਦੇ ਆ, ਨਪਾਕ ਹੋ ਕੇ ਮਰਿਆ, ਉਹਦਾ ਕੋਈ ਜ਼ੋਰ ਨਹੀਂ ਚੱਲ ਸਕਿਆ। ਕਾਠ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾ। ਪਰਮਾਤਮਾ ਨੇ ਇਹੋ ਜਿਹਾ ਕੁਠਾਰ, ਇਹੋ ਜਿਹਾ ਖੰਡਾ, ਇਹੋ ਜਿਹੀ ਖੜਗ ਚਲਾਈ ਕਿ ਸਿਰ ਘਟਦਾ ਸੁਲਹੀ ਖਾਨ ਦਾ। ਇੱਕ ਪੜਾ ਵਿੱਚ ਖਾਕ ਹੋ ਗਿਆ। ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਬੜਾ ਮਾੜਾ ਚਿਤਵਦਾ ਆਇਆ ਸੀ, ਆਹ ਕਰਾਂਗਾ ਉਹ ਕਰਾਂਗਾ। ਜਿਹੜੇ ਪਰਮੇਸ਼ਰ ਨੇ ਉਹਨੂੰ ਪੈਦਾ ਕੀਤਾ ਸੀ, ਉਹ ਨਹੀਂ ਤੱਕਦਾ, ਮਾਰਤਾ। ਅੱਗੇ ਪੁੱਤਰ ਮੀਤ ਤਨ ਕਛੂ ਨ ਰਹਿਓ, ਸੋ ਛੋੜ ਗਿਆ ਸਭ ਭਾਈ ਸਾ। ਨਾ ਪੁੱਤਰ ਨਾ ਮਿੱਤਰ, ਸਭ ਕੁਝ ਭਾਈ ਸਾਕ ਸਾਰੀ ਛੱਡ ਗਏ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾ। ਜਨ ਗੁਰੂ ਸਾਹਿਬ ਆਪ, ਜਨ ਬਾਬਾ ਬੁੱਢਾ ਜੀ, ਜਨ ਗੁਰੂ ਅਰਜਨ ਦੇਵ ਜੀ, ਜਿਹੜੇ ਬਚਨ ਕਰਦੇ ਸੀ ਕਿ ਗੁਰੂ ਸਾਹਿਬ ਨੂੰ ਕੀ ਹੋਏਗਾ, ਉਹ ਆਪ ਹੀ ਮਰੇਗਾ ਪਾਪੀ, ਮਹਾਰਾਜ ਨੂੰ ਨਹੀਂ ਉਹ ਕੁਝ ਕਰ ਸਕਦਾ। ਉਸ ਪਾਪੀ ਨੇ ਰਾਹ 'ਚ ਹੀ ਮਰ ਜਾਣਾ, ਗੁਰੂ ਸਾਹਿਬ ਤੱਕ ਪਹੁੰਚ ਨਹੀਂ ਸਕਦਾ। ਐਸੇ ਮਹਾਂਪੁਰਖਾਂ ਦੇ ਵਾਰਸ ਬਚਨ ਸੀ, ਧੰਨ ਗੁਰੂ ਅਰਜਨ ਸਾਹਿਬ ਦੇ ਸੀ। ਭਾਈ ਉਹ ਸਾਡਾ ਨਹੀਂ ਕੁਝ ਵਿਗਾੜ ਸਕਦਾ, ਸਾਡੇ ਸਿਰ ਤੇ ਆਪ ਪਰਮਾਤਮਾ ਹੈ। ਕਹਿੰਦੇ ਮੈਂ ਉਸ ਸਤਿਗੁਰੂ ਦੇ ਬਲਹਾਰੀ ਜਾਣਾ, ਜਿਹਨੇ ਬੋਲੇ ਹੋਏ ਵਾਕ ਅੱਜ ਪੂਰੇ ਕਰਤੇ ਆ। ਆਖੋ ਸ੍ਰੀ ਵਾਹਿਗੁਰੂ। ਜਿਨ ਜਨ ਕਾ ਕੀਨੋ ਪੂਰਨ ਵਾਕ। सुलही का हाथ कहीं ना पहुंचे, सुली होए मुआ ना पाक। परमेश्वर दा गुरु साहब कहते जी चिट्ठियां भेजिए जी, बंदे भेज के सुलह कर लिए जी, लड़न का मुकाबले का कोई सोचिए। गुरु साहब कहते इको ही नाम जपो, परमेश्वर की ओट लो, कोई नहीं करना, वही सब कुछ करेगा। जिन्हें जीव जंतु पैदा किते आ बई आपे ही सार लेगा, आपे ही सार करेगा।
ਉਸ ਦੀ ਓਟ ਲਵੋ ਤੇ ਵਾਹਿਗੁਰੂ ਦੁੱਖਾਂ ਤੇ ਕਲੇਸ਼ਾਂ ਤੇ ਬਿਮਾਰੀਆਂ ਨੂੰ ਕੱਟਦਾ ਹੈ। ਆਪੇ ਆਪਣੇ ਸੇਵਕ ਹੀ ਆਪੇ ਰੱਖੇ, ਆਪਦੇ ਸੇਵਕ ਦੀ ਆਪ ਪੈਜ ਰੱਖ ਕੇ ਫਿਰ ਸੇਵਕ ਤੋਂ ਕਿਰਪਾ ਕਰਕੇ ਨਾਮ ਜਪਾਉਂਦਾ ਹੈ। ਆਪੇ ਨਾਮ ਜਪਾਵੇ। ਜੈ ਜੈ ਕਾਜ ਕਿਰਤ ਸੇਵਕ ਕੀ। ਕੰਮਕਾਰ ਦੇ ਵਿੱਚ ਵੀ ਆਪ ਜਾਂਦਾ ਹੈ, ਪਰ ਸੇਵਕ ਬਣ ਜੇ। ਸਵੇਰੇ ਸ਼ਾਮਣੀ ਨਿਤਨੇਮ ਕਰਦਾ ਦਿਲ ਲਾ ਕੇ, ਤੇ ਹਰ ਵੇਲੇ ਇਹਨੇ ਸਿਮਰਨ ਕਿੱਥੋਂ ਕਰਨਾ ਹੈ। ਆਦਤ ਬਣ ਜੇ ਹਰ ਵੇਲੇ ਗੁਰੂ ਨੂੰ ਸਿਮਰਨ ਕਰਨ ਦੀ। ਤੂੰ ਹੀ ਹੈ, ਤੂੰ ਮੇਰੀ ਰਾਖੀ ਕਰਨੀ, ਤੂੰ ਹੀ ਕਿਰਪਾ ਕਰਨੀ, ਗੁਰੂ ਨੇ ਕਿਰਪਾ ਕਰਨੀ। ਮਿਹਰ ਕਰੇ ਸਤਿਗੁਰੂ, ਵਿਗੜ ਨਾ ਲੱਗੇ ਕੋਈ। ਹਰ ਸਮੇਂ ਗੁਰੂ ਨੂੰ ਯਾਦ ਕਰਦਾ ਰਹਿੰਦਾ ਹੈ, ਬੇਨਤੀਆਂ ਕਰਦਾ ਰਹਿੰਦਾ ਹੈ। ਸਤਿਗੁਰੂ ਫਿਰ ਕਿਰਪਾ ਕਰਦੇ ਰਹਿੰਦੇ ਆ। ਮਨ ਮੈਂ ਸਿਮਰਨ ਕਰਿਆ ਤੇ ਗੁਰੂ ਸਾਹਿਬ ਫਿਰ ਬਾਕੀ ਕਾਰਜ ਕਰੀ ਜਾਂਦੇ ਆ। ਪਹਿਲੋਂ ਸੇਵਕ ਦੀ ਪੈਜ ਰੱਖਦੇ ਆ, ਫਿਰ ਸੇਵਕ ਤੋਂ ਨਾਮ ਜਪਾਉਂਦੇ ਆ, ਫਿਰ ਜਿੱਥੇ ਸੇਵਕ ਦੇ ਕੰਮਕਾਰ ਨੇ ਉਹ ਕਰਦੇ ਆ। ਸੇਵਕ ਨੂੰ ਨੇੜੇ ਹੋ ਕੇ ਦਿਖਾਉਂਦੇ ਆ। ਜਿਹੜੀ ਬੇਨਤੀ ਠਾਕਰ ਕੋਲ ਕਰਦਾ ਹੈ ਸੇਵਕ, ਤਤਕਾਲ ਹੀ ਉਹ ਕਿਰਪਾ ਕਰ ਦਿੰਦੇ ਨੇ। ਇਹੋ ਜਿਹੇ ਸੇਵਕ ਬਣੇ। ਸੇਵਕ ਜਨ ਬਣੇ ਠਾਕਰ ਲਿਵ ਲਾਗੇ। ਗੁਰੂ ਸਾਹਿਬ ਕਿਰਪਾ ਮਿਹਰ ਕਰ ਦਿੰਦੇ। ਆਪਦੇ ਸੇਵਕਾਂ ਦੀ ਆਪ ਹੀ ਲਾਜ ਰੱਖਦੇ ਆ। ਸਾਰੇ ਪੜੋ ਨਾਮ ਜਪਾਵੇ ਪਿਆਰਾ। ਆਪੇ ਨਾਮ ਜਪਾਵੇ ਪਿਆਰਾ ਜੀ, ਪੈਜ ਰੱਖੇ ਸੇਵਕਾਂ ਦੀ। ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਪਾਵੇ ਪਿਆਰਾ ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ ਜੀ, ਪੈਜ ਰੱਖੇ ਸੇਵਕਾਂ ਦੀ। ਨਾਮ ਜਪਾਵੇ ਪਿਆਰਾ ਜੀ, ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ ਪੈਜ ਰੱਖੇ ਸੇਵਕਾਂ ਦੀ। ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। 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 ਆਪੇ ਨਾਮ ਜਪਾਵੇ, ਨਾਮ ਜਪਾਵੇ, ਨਾਮ ਜਪਾਵੇ ਪਿਆਰਾ ਜੀ, ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ ਪੈਜ ਰੱਖੇ ਸੇਵਕਾਂ ਦੀ। ਧੰਨ ਗੁਰੂ ਨਾਨਕ। ਅੰਦਰ ਲਾ ਦਿਓ, ਮੈਕ ਲਾ ਦਿਓ ਗੁਰੂ ਸਾਹਿਬ ਦੇ ਕੋਲ। ਅੱਜ ਸਗਾਇਓ ਸੰਜਨਾ।